ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਪ੍ਰੋਫੈਸਰ ਕੇਰ ਸਿੰਘ ਜੀ, ਡਾਕਟਰ ਗੁਰਪ੍ਰੀਤ, ਡਾਕਟਰ ਦਿਓਲ ਤੇ ਨਾਮ ਸਮਿਤ, ਹਾਂ ਡਾਕਟਰ ਸਮਿਤ, ਡਾਕਟਰ ਜੋਗਾ ਸਿੰਘ, ਹੋਰ ਸੀਨੀਅਰ ਪ੍ਰੋਫੈਸਰ ਤੇ ਸਰ ਸਕਾਲਰਸ ਜਿਹੜੇ ਆਏ ਹੋਏ ਆ, ਉਹਨਾਂ ਸਾਰਿਆਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣੀ ਆ। ਤੇ ਗੋਸ਼ਟ ਸਭਾ ਵੱਲੋਂ ਮੈਨੂੰ ਜਦੋਂ ਜਿਸ ਤਰ੍ਹਾਂ ਡਾਕਟਰ ਬਰਾੜ ਕਹਿ ਰਹੇ ਸੀ, ਫੋਨ ਆਇਆ ਕਿ ਇਸ ਟੌਪਿਕ 'ਤੇ ਤੁਸੀਂ ਬੋਲ ਸਕਦੇ ਹੋ, ਅਤੇ ਪਹਿਲਾਂ ਮੈਂ ਇਹ ਸੋਚਿਆ ਕਿ ਵੀ ਫੈਸਲਿਆਂ ਬਾਰੇ ਕੀ ਬੋਲਿਆ ਜਾਏਗਾ, ਵੀ ਤਾਂ ਆਮ ਜੀ ਗੱਲ ਹੈ ਫੈਸਲੇ। ਅਤੇ ਉਹਦੇ ਇੱਕਦਮ ਮੈਂ ਫੋਨ ਦੇ ਸੁਣਦਿਆਂ ਹੀ ਮੇਰੇ ਦਿਮਾਗ 'ਚ ਆਇਆ ਕਿ ਨਹੀਂ, ਇਹ ਤਾਂ ਬਹੁਤ ਹੀ ਅਹਿਮ ਹੈ ਕਿ ਮਨੁੱਖੀ ਜ਼ਿੰਦਗੀ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਫੈਸਲੇ ਹੀ ਤਾਂ ਹੈ ਜਿਹੜੇ ਦੁਨੀਆ ਨੂੰ ਘੁਮਾ ਰਹੇ ਨੇ ਚਾਰ ਚੁਫੇਰੇ। ਅਤੇ ਇਸੇ ਹੀ ਵਿੱਚ ਮੈਂ ਸੋਚਿਆ ਕਿ ਵੀ ਮੇਰਾ ਜੋ ਫੀਲਡ ਹੈਗਾ ਅਤੇ ਉਹਦੇ ਵਿੱਚ ਖਾਸ ਕਰਕੇ ਇੱਕ ਫੈਸਲਾਕੁਨ ਵਿਧੀ ਵੀ ਹੈ, ਜਿਹੜੀ ਅਸੀਂ ਵਿਗਿਆਨਕ ਤੌਰ 'ਤੇ ਪੜ੍ਹਦੇ ਹਾਂ, ਅਤੇ ਹੋਰ ਵੀ ਜਿਹੜੇ ਸਿਧਾਂਤ ਹੈ ਉਹਨਾਂ ਬਾਰੇ ਅਸੀਂ ਦੇਖਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਫੈਸਲੇ ਕਿਵੇਂ ਲਏ ਜਾਂਦੇ ਨੇ। ਇਹ ਜਿਹੜੇ ਫੈਸਲੇ ਆ, ਅੱਜ ਤੱਕ ਜਿਹੜੀ ਵੀ ਡਿਵੈਲਪਮੈਂਟ ਹੋਈ ਹੈ ਨਾ, ਮਨੁੱਖੀ ਡਿਵੈਲਪਮੈਂਟ ਸਾਰੀ ਫੈਸਲਿਆਂ 'ਤੇ ਹੀ ਨਿਰਭਰ ਹੈ, ਚਾਹੇ ਉਹ ਕਲਚਰਲ ਹੈ, ਸੋਸ਼ਲ ਹੈ, ਧਾਰਮਿਕ ਹੈ, ਰਾਜਨੀਤਿਕ ਹੈ। ਉਹ ਚਾਹੇ ਡਿਵੈਲਪਮੈਂਟ ਕਿਸੇ ਵੀ ਤਰ੍ਹਾਂ ਦੀ ਹੋਵੇ, ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਵਧੀਆ ਜ਼ਿੰਦਗੀ ਲਈ ਹੋਈ ਹੈ ਜਾਂ ਘਟੀਆ ਜ਼ਿੰਦਗੀ ਲਈ ਹੋਈ ਹੈ, ਲੇਕਿਨ ਉਹ ਫੈਸਲਿਆਂ 'ਤੇ ਹੀ ਆਧਾਰਿਤ ਹੈ ਵੀ ਹਰ ਕਿਸੇ ਲੈਵਲ ਦੇ ਉੱਤੇ ਉਹ ਫੈਸਲੇ ਲਏ ਗਏ। ਅਤੇ ਉਹਨਾਂ ਫੈਸਲਿਆਂ ਦੇ ਉੱਤੇ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਲਮਹੋਂ ਨੇ ਖਤਾ ਕੀ ਥੀ, ਸਦੀਆਂ ਨੇ ਸਜ਼ਾ ਪਾਈ। ਉਹ ਛੋਟੇ ਤੋਂ ਛੋਟੇ ਫੈਸਲੇ ਤੋਂ ਲੈ ਕੇ ਵੱਡੇ ਤੋਂ ਵੱਡੇ ਫੈਸਲੇ ਜਿਹੜੇ ਆ, ਉਹ ਮਨੁੱਖੀ ਜ਼ਿੰਦਗੀ ਨੂੰ ਕਦੋਂ ਤੱਕ ਪ੍ਰਭਾਵਿਤ ਕਰਦੇ ਨੇ। ਉਹ ਚਾਹੇ ਸਾਡੇ ਪਰਿਵਾਰ 'ਚ ਹੋਵੇ, ਇੱਕ ਵਿਭਾਗ 'ਚ ਹੋਵੇ, ਯੂਨੀਵਰਸਿਟੀ ਲੈਵਲ 'ਤੇ ਹੋਵੇ, ਅਤੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਹੋਵੇ, ਉਨੇ ਹੀ ਜਿੰਨਾ ਲੈਵਲ ਵੱਧਦਾ ਜਾਂਦਾ, ਉਨਾ ਹੀ ਉਹਦਾ ਜਿਹੜਾ ਪ੍ਰਭਾਵ ਹੈ ਉਹ ਵੱਧਦਾ ਜਾਂਦਾ ਹੈ। ਸੋ ਇਸ ਕਰਕੇ ਫੈਸਲੇ ਜਿਹੜੇ ਆ ਉਹ ਵਾਕਈ ਬੜਾ, ਮੈਂ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕਰੂੰਗੀ ਵੀ ਗੋਸ਼ਟ ਸਭਾ ਨੇ ਬਹੁਤ ਹੀ ਜਿਹੜਾ ਇਹ ਟੌਪਿਕ ਲਿਆ, ਥੀਮ ਲਿਆ, ਬਹੁਤ ਇੰਪੋਰਟੈਂਟ ਹੈ। ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਹਮੇਸ਼ਾ ਹੀ ਇੰਪੋਰਟੈਂਟ ਰਹੇ ਕਿ ਫੈਸਲੇ ਜਿਹੜੇ ਆ ਉਹ ਕਿਵੇਂ ਲਏ ਜਾਂਦੇ ਨੇ, ਖਾਸ ਕਰਕੇ ਰਾਜਨੀਤੀ ਦੇ ਪਰਸਪੈਕਟਿਵ ਤੋਂ। ਰਾਜਨੀਤੀ ਭਾਵੇਂ ਦੇਸ਼ ਦੇ ਪੱਧਰ 'ਤੇ ਹੈ ਜਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੈ, ਰਾਜਨੀਤੀ ਹੁੰਦੀ ਹੈ, ਔਰ ਰਾਜਨੀਤੀ ਨੂੰ ਹਮੇਸ਼ਾ ਜਿਹੜਾ ਹੈ ਪਾਵਰ ਦੇ ਨਾਲ ਜੋੜਿਆ ਜਾਂਦਾ ਹੈ, ਕਿਉਂਕਿ ਰਾਜਨੀਤੀ ਪਾਵਰ ਦਾ ਹੀ ਇੱਕ ਕਨਸੈਪਟ ਹੈ। ਜਿੱਥੇ ਰਾਜਨੀਤੀ ਹੈ ਉੱਥੇ ਪਾਵਰ ਹੈ, ਔਰ ਜਿੱਥੇ ਪਾਵਰ ਹੈ, ਸ਼ਕਤੀ ਹੈ, ਉੱਥੇ ਰਾਜਨੀਤੀ ਹੈ। ਸੋ ਇਹਦੇ ਨਾਲ ਜਿਹੜੇ ਅਸੀਂ ਜਦੋਂ ਦੇਖਦੇ ਹਾਂ ਅੰਤਰਰਾਸ਼ਟਰੀ ਰਾਜਨੀਤੀ ਨੂੰ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਕੁਛ ਸਿਧਾਂਤ ਨੇ ਜਿਹੜੇ ਆਪਣੇ ਪਰਪੱਖ ਤੋਂ ਦੱਸਦੇ ਨੇ। ਸਭ ਤੋਂ ਜਿਹੜਾ ਅੱਜ ਤੱਕ ਮਸ਼ਹੂਰ ਹੋਇਆ ਜਾਂ ਮੰਨਿਆ ਗਿਆ, ਭਾਵੇਂ ਉਹਦਾ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਵੀ ਹੋਇਆ, ਉਹ ਹੈਗਾ ਯਥਾਰਥਵਾਦ। ਅਤੇ ਯਥਾਰਥਵਾਦ ਜਿਹੜਾ ਹੈ ਉਹ ਵੀ ਵੈਸੇ ਤਾਂ ਸ਼ੁਰੂ ਤੋਂ ਹੀ, ਜਦੋਂ ਤੋਂ ਜਿਹੜੀ ਸਾਡੀ ਸਿਵਲਾਈਜੇਸ਼ਨ ਚੱਲ ਰਹੀਆਂ ਨੇ, ਉਦੋਂ ਤੋਂ ਲੈ ਕੇ ਹੀ ਇਹ ਕਿਸੇ ਨਾ ਕਿਸੇ ਪਰੰਪਰਾ ਦੇ ਵਿੱਚ ਮੌਜੂਦ ਰਿਹਾ। ਭਾਰਤੀ ਪਰੰਪਰਾ ਦੇ ਵਿੱਚ ਕਟੱਲਿਆ ਤੋਂ ਲੈ ਕੇ, ਅਤੇ ਇਸ ਤਰ੍ਹਾਂ ਫਿਰ ਵੈਸਟਰਨ ਦੇ ਵਿੱਚ ਹੌਬਸ ਹੋ ਗਿਆ, ਮੈਕਾਵਲੀ ਹੋ ਗਿਆ, ਜਿਨ੍ਹਾਂ ਨੇ ਇਹ ਯਥਾਰਥਵਾਦ ਦੇ ਪਰਪੱਖ ਤੋਂ ਰਾਜਨੀਤੀ ਦਾ ਅਤੇ ਸੁਰੱਖਿਆ ਦਾ ਜਿਹੜਾ ਕਨਸੈਪਟ ਦਿੱਤਾ। ਤਾਂ ਇਹਦੇ ਵਿੱਚ ਜਦੋਂ 20ਵੀਂ ਸਦੀ ਦੇ ਵਿੱਚ 2 ਮਹਾਯੁੱਧ ਹੋਏ, ਤਾਂ ਪਹਿਲੇ ਮਹਾਯੁੱਧ ਤੋਂ ਬਾਅਦ ਇਹ ਦੇਖਿਆ ਗਿਆ ਕਿ ਇੰਨਾ ਪੂਰਾ ਜਿਹੜੀ ਦੇਸ਼ ਜਿਹੜੇ ਆ ਆਪਸ ਦੇ ਵਿੱਚ ਲੜ ਰਹੇ ਨੇ। ਖਾਸ ਕਰਕੇ ਯੂਰਪ ਸੀ ਦੇਸ਼, ਤਾਂ ਉਹਨਾਂ ਦੇ ਨਾਲ ਹੀ ਸੀ ਨਾ, ਸਾਰਾ ਯੂਰਪ ਜਿਹੜਾ ਆਪਸ ਦੇ ਵਿੱਚ ਇੱਕ ਪਾਗਲਾਂ ਦੀ ਤਰ੍ਹਾਂ ਲੜਾਈ ਕੀਤੀ। ਔਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਹ ਫੈਸਲੇ ਹੋਏ ਕਿ ਅਸੀਂ ਜਿਹੜਾ ਉਹ ਯਥਾਰਥਵਾਦ ਦਾ ਜਿਹੜਾ ਇੱਕ ਕਨਸੈਪਟ ਨੂੰ ਲੈ ਕੇ ਜਿਹੜਾ ਸ਼ਕਤੀ ਸੰਤੁਲਨ ਦਾ ਪ੍ਰਗਟਾਅ ਹੈ ਉਹਦੇ ਵਿੱਚੋਂ ਆ ਰਿਹਾ, ਤਾਂ ਅਸੀਂ ਉਹਨੂੰ ਨਕਾਰ ਕੇ ਇਹ ਦੇਖੀਏ ਕਿ ਕੀ ਆਪਸੀ ਸਹਿਯੋਗ ਲੋਕਾਂ ਦੇ ਵਿੱਚ ਹੋ ਸਕਦਾ ਹੈ, ਦੇਸ਼ਾਂ ਦੇ ਵਿੱਚ ਹੋ ਸਕਦਾ ਹੈ, ਜਾਂ ਫਿਰ ਇੱਕ ਕਿਉਂਕਿ ਲੋਕ ਮਰ ਰਹੇ ਨੇ ਯੁੱਧ ਦੇ ਵਿੱਚ, ਔਰ ਉਹਨਾਂ ਦੇ ਸਾਹਮਣੇ ਇਹੀ ਦੇਸ਼ ਜਿਹੜੇ ਆ ਪ੍ਰਗਟਾ ਕਰ ਰਹੇ ਆ
ਕਿ ਨਹੀਂ ਅਸੀਂ ਜਿੱਤਣਾ ਹੈ, ਕਿਸੇ ਨਾ ਕਿਸੇ ਦੇ ਵਿੱਚ ਵਿਨਾਸ਼ ਚਾਹੇ ਜਿੰਨਾ ਮਰਜ਼ੀ ਹੋ ਜਾਵੇ। ਤਾਂ ਉਹਦੇ ਵਿੱਚ ਆਦਰਸ਼ਵਾਦ ਜਿਹੜਾ ਹੈ ਉਹਨੂੰ ਕਾਫੀ ਜਿਹੜਾ ਦਿੱਤਾ ਗਿਆ, ਇੰਪੋਰਟੈਂਸ ਦਿੱਤੀ ਗਈ ਕਿ ਵੀ ਨਹੀਂ, ਜਿਹੜੀ ਦੁਨੀਆ ਹੈ ਉਹ ਯੁੱਧ ਤੋਂ ਬਿਨਾਂ ਰਹਿ ਸਕਦੀ ਹੈ, ਯੁੱਧ ਤੋਂ ਬਚਿਆ ਜਾ ਸਕਦਾ ਹੈ। ਹੋਰ ਵੀ ਕਈ ਤਰੀਕੇ ਹੈ ਜਿਨ੍ਹਾਂ ਨਾਲ ਜਿਹੜੇ ਮਸਲੇ ਹੈ ਉਹ ਹੱਲ ਕੀਤੇ ਜਾ ਸਕਦੇ ਆ। ਉਹਦੇ ਨਾਲ ਕੁਝ ਟਾਈਮ ਚੱਲਿਆ, ਲੇਕਿਨ ਜਦੋਂ ਨਾਜ਼ੀ ਜਰਮਨੀ ਦਾ, ਹਿਟਲਰ ਦਾ ਟਾਈਮ ਆ ਜਾਂਦਾ ਹੈ, ਫਾਸ਼ਿਸਟ ਇਟਲੀ ਦਾ ਟਾਈਮ ਆ ਜਾਂਦਾ ਹੈ, ਤਾਂ ਉਹ ਉਸ ਆਦਰਸ਼ਵਾਦ ਨੂੰ ਤਾਂ ਬਹੁਤ ਦੂਰ ਛੱਡ ਜਾਂਦੇ ਨੇ। ਉਹ ਕਹਿੰਦੇ ਆ ਕਿ ਅਸੀਂ ਕੋਈ, ਇਹ ਜੋ ਆਦਰਸ਼ਵਾਦ ਕਹਿੰਦਾ ਕਿ ਅੰਤਰਰਾਸ਼ਟਰੀ ਜਿਹੜੀਆਂ ਸਮੁਦਾਵਾਂ, ਜਿਹੜੇ ਸੰਗਠਨ ਨੇ ਵੀ ਉਹ ਸ਼ਾਂਤੀ ਸਥਾਪਿਤ ਕਰ ਸਕਦੇ। ਉਹ ਕਹਿੰਦੇ ਅਸੀਂ ਕਿਸੇ ਇਸ ਚੀਜ਼ ਨੂੰ ਨਹੀਂ ਸਮਝਦੇ। ਹਿਟਲਰ ਦਾ ਜੋ ਸੀਗਾ, ਜਿਹੜਾ ਯੁੱਧ ਹੈ ਇਹੀ ਜ਼ਿੰਦਗੀ ਹੈ, ਯੁੱਧ ਸਾਡੇ ਅੰਦਰ ਵੀ ਹੈ, ਯੁੱਧ ਸਾਡੇ ਬਾਹਰ ਵੀ ਹੈ, ਯੁੱਧ ਯੂਨੀਵਰਸਲ ਹੈ, ਵਿਆਪਕ ਹੈ, ਔਰ ਇਹ ਇਨਸਟਿੰਕਟ ਜਿਹੜੀ ਆਦਮੀ ਦੇ ਅੰਦਰ ਹੈ ਉਹ ਓਰੀਜਨਲ ਹੈ ਅਤੇ ਸੁਭਾਵਕ ਹੈ, ਔਰ ਉਹਨੂੰ ਅਸੀਂ ਨਕਾਰ ਨਹੀਂ ਸਕਦੇ। ਔਰ ਇਸ ਕਰਕੇ ਜਿਹੜਾ ਰੀਜ਼ਨ ਹੈ ਜਾਂ ਲੌਜਿਕ ਹੈ ਜਾਂ ਤੱਤ ਹੈ ਜੋ ਉਦਾਰਵਾਦ ਦਿੰਦਾ ਹੈ ਜਾਂ ਸੋਸ਼ਲਿਜ਼ਮ ਦਿੰਦਾ ਹੈ, ਉਹ ਜਿਹੜਾ ਹੈ ਉਹ ਬਨਾਵਟੀ ਆ। ਇਸ ਕਰਕੇ ਸਾਡੇ ਅੰਦਰ, ਚਾਹੇ ਉਹਦਾ ਬਾਅਦ ਹਿਟਲਰ ਇਸੇ ਹੀ ਕਨਸੈਪਟ ਦੇ ਉੱਤੇ ਚੱਲਦਾ ਹੈ, ਔਰ ਫਿਰ 1940 ਦਿਆਂ ਵਿੱਚ ਜਿਹੜਾ ਹੈਗਾ ਦੂਸਰਾ ਵਿਸ਼ਵ ਯੁੱਧ ਹੁੰਦਾ ਹੈ, ਔਰ ਫਿਰ ਯਥਾਰਥਵਾਦ ਦੁਬਾਰਾ ਜਿਹੜਾ ਉਭਰਦਾ ਹੈਗਾ, ਔਰ ਜਿਸ ਦੇ ਵਿੱਚ ਖਾਸ ਕਰਕੇ ਜਿਹੜਾ ਹੈ ਜਿਹੜਾ ਕਲਾਸੀਕਲ, ਜਿਹਨੂੰ ਅਸੀਂ ਯਥਾਰਥਵਾਦ ਦਾ ਜਿਹੜਾ ਸਿਧਾਂਤ ਬਹੁਤ ਹੀ ਪ੍ਰਬਲ ਹੁੰਦਾ ਹੈ, ਔਰ ਹੌਬਸੀਅਨ ਅਤੇ ਮੈਕੈਵਲੀ ਕਨਸੈਪਟ ਨੂੰ ਲੈ ਕੇ ਕਿ ਜਿਹੜਾ ਹਿਊਮਨ ਬੀਇੰਗਸ ਹੈ ਉਹ ਹਮੇਸ਼ਾ ਜਿਹੜੀਆਂ ਸੈਲਫ ਸੀਕਿੰਗ ਨੇ, ਪਾਵਰ ਸੀਕਿੰਗ ਨੇ, ਔਰ ਇਸ ਕਰਕੇ ਦੇਸ਼ ਜਿਹੜੇ ਹੈ ਉਹਨਾਂ ਤੋਂ ਅਸੀਂ ਆਪਸੀ ਸਹਿਯੋਗ ਦੀ ਉਮੀਦ ਨਹੀਂ ਕਰ ਸਕਦੇ, ਕਿਉਂਕਿ ਹਿਊਮਨ ਨੇਚਰ ਹੀ ਇੱਦਾਂ ਦੀ ਹੈ। ਮਨੁੱਖ ਜਿਹੜਾ ਸੁਭਾਅ ਦੇ ਤੌਰ ਦੇ ਉੱਤੇ ਹੀ ਇੱਕ ਉਹਦੇ ਅੰਦਰ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਚੱਲ ਰਹੀਆਂ, ਚਾਹੇ ਸ਼ਾਈਆਂ, ਲੇਕਿਨ ਜਿਹੜੀ ਉਹਨਾਂ ਦੀ ਪਾਵਰ ਸੀਕਿੰਗ ਅਤੇ ਸੈਲਫ ਸੀਕਿੰਗ ਦੀ ਕਨਸੈਪਟ ਹੈ ਉਹਨੂੰ ਮੈਨੇਜ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਹਨੂੰ ਮਤਲਬ ਅਸੀਂ ਕੱਢ ਨਹੀਂ ਸਕਦੇਗੇ ਜਿਹੜੇ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚੋਂ। ਸੋ ਅੰਤਰਰਾਸ਼ਟਰੀ ਜਿਹੜੀ ਸ਼ਕਤੀ ਦਾ ਸੰਤੁਲਨ ਹੈਗਾ ਉਹਦੇ ਦੁਆਰਾ ਹੀ ਅਸੀਂ ਮੈਨੇਜ ਕਰ ਸਕਦੇ ਹਾਂ, ਪਾਵਰ ਨੂੰ, ਸ਼ਕਤੀ ਨੂੰ ਅਸੀਂ ਮੈਨੇਜ ਕਰ ਸਕਦੇ ਹਾਂ। ਚਾਹੇ ਕਿ ਜਿਹੜੇ ਹਾਲਾਂਕਿ ਇਹ ਮੰਨਦੇ ਆ ਰੀਅਲਿਸਟਿਸਟ, ਖਾਸ ਕਰਕੇ ਹੈਂਸਬਰਗ ਐਂਥੋ, ਕਿ ਜਿਹੜੇ ਲੀਡਰ ਹੁੰਦੇ ਨੇ ਦੇਸ਼ਾਂ ਦੇ, ਉਹ ਲੀਡਰ ਭਾਵੇਂ ਆਪਣੀ ਵਿਚਾਰਧਾਰਾ, ਆਪਣਾ ਜਿਹੜਾ ਸੁਭਾਅ ਹੈ ਜਾਂ ਆਪਣੇ ਇੰਟਰਸਟ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਮਤਲਬ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੀਆਂ ਪਾਲਿਸੀਆਂ ਦੇ ਵਿੱਚ, ਲੇਕਿਨ ਅਕਸਰ ਦੇਸ਼ ਜਿਹੜੇ ਆ ਉਹ ਇੱਕੋ ਤਰ੍ਹਾਂ ਹੀ ਵਿਚਰਦੇ ਨੇ। ਉਹ ਸਾਰੇ ਦੇਸ਼ ਹੈ ਜਿਹੜੇ ਉਹ ਸ਼ਕਤੀ ਦੇ ਪਿੱਛੇ ਨੇ, ਨੈਸ਼ਨਲ ਇੰਟਰਸਟ ਸਭ ਤੋਂ ਪ੍ਰਮੁੱਖ ਹੁੰਦਾ ਹੈ, ਔਰ ਨੈਸ਼ਨਲ ਇੰਟਰਸਟ ਜਿਹੜਾ ਹੈ, ਰਾਸ਼ਟਰੀ ਹਿੱਤ ਜਿਹੜਾ ਹੈ, ਉਹ ਸ਼ਕਤੀ ਦੇ ਵਿੱਚ ਹੈ, ਉਹ ਪਾਵਰ ਨੂੰ ਗ੍ਰਹਿਣ ਕਰਨ ਦੇ ਵਿੱਚ ਹੈ। ਇਸ ਕਰਕੇ ਜਿਹੜੇ ਲੀਡਰ ਹੈ, ਚਾਹੇ ਉਹ ਕਿੰਨੇ ਵੀ ਐਫੀਸ਼ੀਐਂਟ ਹੋਣ, ਕਿਸੇ ਵੀ ਤਰ੍ਹਾਂ ਹੋਣ, ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਹਾਲਾਂਕਿ ਉਹ ਥੋੜ੍ਹਾ ਬਹੁਤਾ ਮੰਨਦੇ ਆ ਕਿ ਹਰ ਇੱਕ ਆਪਣੇ ਆਪਣੀ ਜਿਹੜਾ ਦੁਨੀਆ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਪਾਪੂਲਰ ਹੋਣ ਵਾਸਤੇ ਉਹ ਆਪਣੀ ਵਿਚਾਰਧਾਰਾ ਨੂੰ ਅੱਗੇ ਰੱਖਦਾ ਹੈ ਜਾਂ ਪੇਸ਼ ਕਰਦਾ ਹੈ, ਪਰ ਉਹ ਉਹਨਾਂ ਦੇ ਅੱਗੇ ਲਿਮਿਟਡ ਰਸਤੇ ਹੁੰਦੇ ਆ, ਉਹ ਜ਼ਿਆਦਾ ਉਸ ਨੂੰ ਫੈਲਾ ਨਹੀਂ ਸਕਦੇਗੇ। ਲੇਕਿਨ ਹਰ ਇੱਕ ਜਿਹੜੇ ਲੀਡਰ ਹੈ, ਜੇ ਅਸੀਂ ਉਸ ਸਿਧਾਂਤ ਦੇ ਨਾਲ ਇੱਕ ਇਹ ਵਿਚਾਰ ਵੀ ਆਉਂਦਾ ਹੈ ਕ੍ਰਿਟਿਸਿਜ਼ਮ ਦੇ ਪੁਆਇੰਟ ਦੇ ਉੱਤੋਂ, ਜਾਂ ਅਸੀਂ ਆਪਣੇ ਜਿਹੜੇ ਹੈ ਪ੍ਰਧਾਨ ਮੰਤਰੀ ਮੋਦੀ ਦੀ ਕਨਸੈਪਟ ਹੀ ਲੈ ਲੈਂਦੇ ਹਾਂ ਵੀ ਉਹ ਕਿਸ ਤਰ੍ਹਾਂ ਕਿ ਉਹ ਦੇਸ਼ਾਂ ਦੇ ਇਸ ਲਾਅ ਦੇ ਮੁਤਾਬਕ ਚੱਲਦਾ ਹੈ, ਜਾਂ ਉਹਦੇ ਆਪਣੇ ਵੀ ਕਈ ਇੰਟਰਸਟ ਹੈ, ਜਾਂ ਆਪਣੇ ਇੰਟਰਸਟ ਉਹਦੇ ਕਿਸੇ ਵੀ ਉਹਦੇ ਆਪਣੇ ਨਜ਼ਦੀਕੀਆਂ ਦੇ ਥਰੂ ਉਹ ਪੂਰੇ ਕਰ ਰਹੇ ਆ। ਇਹਦੇ ਵਿੱਚ ਇੱਕ ਛੋਟਾ ਜਿਹਾ ਅਸੀਂ ਉਦਾਹਰਨ ਦੇ ਸਕਦੇ ਹਾਂ ਕਿ ਇੰਡੀਆ ਅਤੇ ਆਸਟ੍ਰੇਲੀਆ ਦਾ ਜੋ ਫੈਸਲੇ ਹੋਏ ਕਈ, ਜਿਹਦੇ ਵਿੱਚ ਅਡਾਨੀ ਗਰੁੱਪ ਜਿਹੜਾ ਹੈ ਉਹਦੀਆਂ ਉੱਥੇ ਬਹੁਤ ਸਾਰੀਆਂ ਜਿਹੜਾ ਟਰੇਡ ਦੇ ਫੈਸਲੇ ਹੋਏ, ਜਿਹਦੇ ਵਿੱਚ ਰੇਲਵੇ ਦਾ, ਮਾਈਨਿੰਗ ਦਾ, ਔਰ ਇੱਥੋਂ ਆਟਾ ਤੱਕ ਦਾ, ਵੀ ਆਟਾ ਜਿਹੜਾ ਹੈ ਆਸਟ੍ਰੇਲੀਆ ਦੇ ਵਿੱਚ ਅਡਾਨੀ ਗਰੁੱਪ ਵੇਚੇਗਾ, ਜਿਸ ਦੇ ਨਾਲ ਜਿਹੜੇ ਭਾਰਤ ਦੇ ਜਿਹੜੇ ਦੂਜੇ ਕੰਪਨੀਆਂ ਸੀ, ਜਿਵੇਂ ਆਸ਼ੀਰਵਾਦ ਹੈ ਜਾਂ ਹੋਰ ਤਰ੍ਹਾਂ ਦਾ, ਉਹਨਾਂ ਦਾ ਬੰਦ ਕੀਤਾ ਗਿਆ ਵੀ ਇਹ ਨਹੀਂ ਸਿਰਫ ਅਡਾਨੀ ਗਰੁੱਪ ਹੀ ਉੱਥੇ ਇਹ ਪ੍ਰੋਵਾਈਡ ਕਰੇਗਾ। ਔਰ ਉਹਦੇ ਨਾਲ ਕੀ ਹੋਇਆ ਕਿ ਉੱਥੇ ਜਿਹੜਾ ਆਟੇ ਦਾ ਮੁੱਲ ਵੱਧ ਜਾਂਦਾ ਹੈ।
ਹਾਲਾਂਕਿ ਉੱਥੇ ਵੀ ਆਸਟ੍ਰੇਲੀਆ ਵਿੱਚ ਸਾਡੇ ਪੰਜਾਬ ਦੇ ਇੱਕ ਗਰੇਵਾਲ ਗਰੁੱਪ ਹੈਗੇ ਜਿਹੜੇ ਆਟਾ ਸਪਲਾਈ ਕਰਦੇ ਆ, ਲੇਕਿਨ ਉਹਨਾਂ ਨੇ ਬਹੁਤ ਫਾਈਟ ਕੀਤਾ ਉੱਥੇ ਕਿ ਅਸੀਂ ਆਟੇ ਦਾ ਜਿਹੜਾ ਮੁੱਲ ਨਹੀਂ ਵਧਣ ਦੇਵਾਂਗੇ। ਔਰ ਕਰੋਨਾ ਦੇ ਕਾਲ ਦੇ ਵਿੱਚ ਖਾਸ ਕਰਕੇ ਵੀ ਕਰੋਨਾ ਦੇ ਵਿੱਚ ਵੀ ਦੇਸ਼ ਜਿਹੜੇ ਦੇਖ ਰਹੇ ਆ ਕਿ ਕਿਸੇ ਆਪਣੇ ਖਾਸ ਸੰਬੰਧੀ ਨੂੰ ਕਿਸ ਤਰ੍ਹਾਂ ਅਸੀਂ ਪ੍ਰਮੋਟ ਕਰਨਾ ਹੈ, ਤਾਂ ਉਹਦੇ ਵਿੱਚ ਉਹਨਾਂ ਨੇ ਉੱਥੇ ਹੀ ਸਾਡੇ ਪੰਜਾਬੀਆਂ ਨੇ ਇਸ ਚੀਜ਼ ਨੂੰ ਫਾਈਟ ਕੀਤਾ ਇਸ ਗੱਲ ਦੇ ਵਿੱਚ। ਅਡਾਨੀ ਦੇ ਉੱਥੇ ਜੋ ਰੇਲਵੇ ਲਾਈਨ ਮਾਈਨਰ ਉੱਥੇ ਵੀ ਬਹੁਤ ਜ਼ਿਆਦਾ ਵਿਰੋਧ ਹੈ ਆਸਟ੍ਰੇਲੀਆ ਦੇ ਵਿੱਚ, ਲੇਕਿਨ ਆਸਟ੍ਰੇਲੀਆ ਨੈਸ਼ਨਲ ਤੌਰ 'ਤੇ ਭਾਰਤ ਦੇ ਵਿੱਚ ਆਪਣੇ ਜੋ ਇੰਟਰਸਟ ਦੇਖ ਰਿਹਾ ਉਸ ਦੇ ਅਧੀਨ ਉਹਨਾਂ ਨੇ ਇਹ ਫੈਸਲੇ ਲਏ। ਲੇਕਿਨ ਦੂਜੇ ਪਾਸੇ ਜੇ ਅਸੀਂ ਕਿ ਪ੍ਰਧਾਨ ਮੰਤਰੀ ਮੋਦੀ ਜੇ ਦੇਖੇ ਕਿ ਇਹਦੇ ਵਿੱਚ ਨੈਸ਼ਨਲ ਇੰਟਰਸਟ ਹੈ, ਮੋਦੀ ਦੇ ਅਡਾਨੀ ਦੇ ਜਿਹੜੇ ਪ੍ਰਮੋਟ ਕਰਨੇ ਉਹ 'ਚ ਕੋਈ ਨੈਸ਼ਨਲ ਇੰਟਰਸਟ ਨਹੀਂ ਆ। ਸੋ ਇਹ ਨਾਲ ਨਾਲ ਜਿਹੜੇ ਆ ਇਹ ਕ੍ਰਿਟਿਸਿਜ਼ਮ ਦੇ ਪੁਆਇੰਟ ਵੀ ਜਿਹੜੇ ਸਿਧਾਂਤਾਂ ਦੇ ਤੌਰ ਦੇ ਉੱਤੇ ਆ ਜਾਂਦੇ ਆ। ਔਰ ਇਸੇ ਤਰ੍ਹਾਂ ਇਸ ਤੋਂ ਬਾਅਦ ਜਿਹੜਾ ਹੈਗਾ ਹਿਊਮਨ ਨੇਚਰ ਤੋਂ ਬਾਅਦ ਆਦਰਸ਼ਵਾਦ ਕਹਿੰਦਾ ਕਿ ਹਿਊਮਨ ਨੇਚਰ ਜਿਹੜੀ ਹੈ ਹਮੇਸ਼ਾ ਔਰ ਸਾਰਿਆਂ ਦੀ ਬੁਰੀ ਨਹੀਂ ਹੁੰਦੀ ਗੀ। ਉਹਨਾਂ ਦੇ ਵਿੱਚ ਜੇ ਬੁਰੀ ਵੀ ਹੈ ਤਾਂ ਉਹਨੂੰ ਸੁਧਾਰਿਆ ਜਾ ਸਕਦਾ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਐਜੂਕੇਸ਼ਨ ਰਿਫਾਰਮ ਦੇ ਤੌਰ ਦੇ ਉੱਤੇ ਜਾਂ ਕਿਸੇ ਹੋਰ 'ਤੇ ਹੈ ਉਹਦੇ ਵਿੱਚ ਇਹ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਸੁਧਾਰਿਆ ਜਾ ਸਕਦਾ ਹੈ। ਅਤੇ ਉਹਦੇ ਵਿੱਚੋਂ ਜਦੋਂ ਨਵ ਯਥਾਰਥਵਾਦ ਆਉਂਦਾ ਹੈ ਕਿ ਮਾਰਗੈਂਥੋ ਦੀ ਉਸ ਥਿਊਰੀ ਦੇ ਵਿੱਚ ਜਿਹੜਾ ਵੀ ਮਨੁੱਖੀ ਸੁਭਾਅ ਬਦਲ ਸਕਦਾ ਹੈ, ਉਹ ਕਹਿੰਦੇ ਕਿ ਮਨੁੱਖੀ ਸੁਭਾਅ ਦਾ ਅੰਤਰਰਾਸ਼ਟਰੀ ਦੇ ਉੱਤੇ ਜ਼ਿਆਦਾ ਰੋਲ ਨਹੀਂ ਹੈਗਾ। ਰੋਲ ਹੈਗਾ ਇਹਦਾ ਅੰਤਰਰਾਸ਼ਟਰੀ ਜਿਹੜਾ ਪਾਵਰ ਸਟਰਕਚਰ ਹੈ, ਪੋਲੀਟੀਕਲ ਸਟਰਕਚਰ ਕੀ ਚੱਲ ਰਿਹਾ ਹੈ ਐਟ ਐਨੀ ਗਿਵਨ ਟਾਈਮ। ਜਦੋਂ ਦਾ ਅਸੀਂ ਦੇਖਣਾ ਹੈ ਕਿ ਵੀ ਇਸ ਟਾਈਮ 'ਤੇ ਬਾਈਪੋਲਰ ਹੈ, ਦੋ ਧਰੁਵੀ ਹੈ, ਬਹੁਤ ਧਰੁਵੀ ਹੈ, ਕਿਸ ਤਰ੍ਹਾਂ ਦਾ ਚੱਲ ਰਿਹਾ ਹੈ। ਸੋ ਕੋਲਡ ਵਾਰ ਦੇ ਦੌਰਾਨ ਕਿ ਕੋਲਡ ਵਾਰ ਬਾਈਪੋਲਰਿਟੀ ਜਿਹੜੀ ਚੱਲ ਰਹੀ ਸੀ, ਦੋ ਧਰੁਵੀ ਸਿਸਟਮ ਚੱਲ ਰਿਹਾ ਸੀ, ਤਾਂ ਹਰ ਇੱਕ ਦੇਸ਼ ਨੇ ਜਦੋਂ ਪਾਲਿਸੀ ਬਣਾਉਣੀ ਆ, ਕੋਈ ਫੈਸਲਾ ਲੈਣਾ ਕਿਸੇ ਵੀ ਦੇਸ਼ ਦੇ ਨਾਲ ਆਪਣੇ ਸੰਬੰਧ ਬਣਾਉਣ ਦਾ, ਤਾਂ ਉਹ ਉਸ ਬਾਈਪੋਲਰਿਟੀ ਨੂੰ ਦੇਖੇਗਾ ਕਿ ਅਗਰ ਮੇਰੇ ਜਿਹੜੇ ਰਿਲੇਸ਼ਨ ਹੈ ਜੇ ਇਰਾਨ ਦੇ ਨਾਲ ਮੈਂ ਆਪਣੇ ਕੋਈ ਪਾਲਿਸੀ ਬਣਾਉਣੇ ਆ ਤਾਂ ਅਮਰੀਕਾ ਕਿਵੇਂ ਰਿਐਕਟ ਕਰੇਗਾ ਜਾਂ ਰਸ਼ੀਆ ਕਿਵੇਂ ਰਿਐਕਟ ਕਰੇਗਾ। ਵੀ ਉਸ ਸਟਰਕਚਰ ਦੇ ਵਿੱਚ ਫੈਸਲੇ ਹੁੰਦੇ ਨੇ ਅੰਤਰਰਾਸ਼ਟਰੀ, ਨਾ ਕਿ ਹਿਊਮਨ ਨੇਚਰ ਹੈ ਜਿਹੜੀ ਉਹ ਪਰਸਨਲ ਲੈਵਲ ਦੇ ਉੱਤੇ ਰਹਿ ਜਾਂਦੀ ਆ। ਕਿਉਂਕਿ ਕਹਿੰਦੇ ਆ ਉਹ ਆਦਰਸ਼ਵਾਦ ਆਪਣਾ ਯਥਾਰਥਵਾਦ ਇਹੀ ਕਹਿੰਦਾ ਕਿ ਜਿਹੜੇ ਮਨੁੱਖੀ ਸੁਭਾਅ ਦੇ ਵਿੱਚ ਅਸੀਂ ਮੋਰਲ ਆਈਡੀਆਜ਼ ਨੂੰ ਲੈਂਦੇ ਹਾਂ, ਸਾਡੇ ਜਿਹੜੇ ਮੁੱਲ ਹੈ ਉਹਨਾਂ ਦੇ ਵਿੱਚ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲਾਗੂ ਨਹੀਂ ਹੁੰਦੇਗੇ। ਉਹ ਕਹਿੰਦੇ ਕਿ ਇੱਕ ਜਿਹੜਾ ਇੰਡੀਵਿਜੂਅਲ ਹੈ, ਵਿਅਕਤੀ ਹੈ, ਉਹ ਕਿਸੇ ਖਾਸ ਕਾਰਨਾਂ ਕਰਕੇ ਜਾਂ ਮੋਰਲ ਵੈਲਿਊਜ਼ ਕਰਕੇ ਵੀ ਅਸੀਂ ਇਮਾਨਦਾਰ ਰਹਿਣਾ ਹੈ, ਅਸੀਂ ਸਮਾਜ ਦੇ ਲਈ ਕੰਮ ਕਰਨਾ ਹੈ, ਔਰ ਉਹਦੇ ਕਰਕੇ ਕਈ ਵਾਰੀ ਉਹ ਜਾਨ ਵੀ ਦੇ ਸਕਦੇ ਆ। ਪਰ ਇੱਕ ਦੇਸ਼ ਨੂੰ ਇਹਨਾਂ ਕਾਰਨਾਂ ਕਰਕੇ ਕਿ ਅਸੀਂ ਅੰਤਰਰਾਸ਼ਟਰੀ ਸਹਿਯੋਗ ਤੇ ਦੇਣਾ ਹੈ, ਅਸੀਂ ਯੁੱਧ ਨਹੀਂ ਕਰਨਾ ਹੈ, ਜਾਂ ਇਸ ਤਰ੍ਹਾਂ ਦੇ ਜਿਹੜੇ ਮੁੱਲ ਹੈਗੇ ਆ, ਵੀ ਉਹਦੇ ਕਰਕੇ ਇੱਕ ਦੇਸ਼ ਨੂੰ ਜਿਹੜਾ ਹੈ ਸੈਕਰੀਫਾਈਸ ਨਹੀਂ ਕੀਤਾ ਜਾ ਸਕਦਾ ਹੈਗਾ। ਸੋ ਅੰਤਰਰਾਸ਼ਟਰੀ ਪੱਧਰ 'ਤੇ ਜਿਹੜੇ ਹੈ ਜਿਹੜੇ ਲੋਕਲ ਪੱਧਰ ਦੇ ਉੱਤੇ ਜਿਹੜੇ ਆ ਉਹ ਮਾਨਵੀ ਮੁੱਲਾਂ ਦੇ ਵਿੱਚ ਫਰਕ ਜਿਹੜਾ ਹੈ ਉਹ ਦਰਸਾਉਂਦੇ ਨੇ। ਸੋ ਇਸ ਕਰਕੇ ਜਿਹੜਾ ਲੇਕਿਨ ਜਿਹੜਾ ਜਿਸ ਤਰ੍ਹਾਂ ਮਾਰਕਸਿਜ਼ਮ ਹੈ ਜਾਂ ਅਸੀਂ ਨਿਰਭਰਤਾ ਦਾ ਸਿਧਾਂਤ ਆਉਂਦਾ ਸਾਡੇ, ਉਹ ਤਾਂ ਸਿੱਧਾ ਹੀ ਕਹਿੰਦੇ ਆ ਕਿ ਹਾਂਜੀ ਜਿਹੜੇ ਦੇਸ਼ ਜਿਹੜੇ ਆ ਥਰਡ ਵਰਲਡ ਕੰਟਰੀਜ਼ ਆ, ਸਾਡੇ ਡਿਵੈਲਪਿੰਗ ਦੇਸ਼ ਹੈਗੇ ਆ, ਉਹ ਵਿਕਸਿਤ ਦੇਸ਼ਾਂ ਦੇ ਉੱਤੇ ਨਿਰਭਰ ਨੇ। ਇਹਨੂੰ ਅਸੀਂ ਨਿਰਭਰਤਾ ਦਾ ਸਿਧਾਂਤ ਕਹਿੰਦੇ ਆ, ਜਿਹਦੇ ਵਿੱਚ ਜਿਹੜਾ ਹਾਇਰਾਰਕੀ ਹੈ, ਹੈਜਮਨੀ ਹੈ ਉਹਨਾਂ ਦੇਸ਼ਾਂ ਦੀ, ਔਰ ਉਹ ਫੈਸਲੇ ਉਹ ਹੀ ਲੈਂਦੇ। ਕੋਰ ਜਿਹਨੂੰ ਅਸੀਂ ਕਹਿੰਦੇ ਸੈਂਟਰ ਹੈ, ਕੇਂਦਰ ਹੈ, ਉਹ ਕੇਂਦਰ ਨੇ ਔਰ ਉਹ ਕੇਂਦਰ ਹੀ ਫੈਸਲੇ ਲੈਂਦਾ ਹੈ। ਅਸੀਂ ਪੈਰੀਫਰੀ ਦੇ ਵਿੱਚ ਹਾਂ, ਅਸੀਂ ਇੱਕ ਲੈਸ ਇੰਪੋਰਟੈਂਟ ਜਿਹੜੇ ਆ, ਸਾਡਾ ਕੋਈ ਬਹੁਤੀ ਜ਼ਿਆਦਾ ਇੰਪੋਰਟੈਂਸ ਨਹੀਂ ਹੈ ਦੁਨੀਆ ਦੇ ਵਿੱਚ ਫੈਸਲੇ ਲੈਣ ਦੀ ਇਹਨਾਂ ਦੇਸ਼ਾਂ ਦੀ। ਤਾਂ ਫੈਸਲੇ ਜਿਹੜੇ ਆ ਉਹ WTO ਦੇ ਲੈਵਲ 'ਤੇ, IMF ਲੈਵਲ ਦੇ ਉੱਤੇ ਜਾਂ ਕਿਸੇ UN ਲੈਵਲ ਦੇ ਉੱਤੇ ਫੈਸਲੇ ਉਹਨਾਂ ਦੇ ਹੀ ਹੁੰਦੇ ਆ। ਅਤੇ ਇਸ ਕਰਕੇ ਉਹ ਇਸ ਜਿਹੜੇ ਹੈਗੇ ਆ ਪਰਸਪੈਕਟਿਵ ਦੇ ਵਿੱਚੋਂ ਦੇਖਦਾ ਵੀ ਦੁਨੀਆ ਦੇ ਵਿੱਚ ਅੰਤਰਰਾਸ਼ਟਰੀ ਜਿਹੜੇ ਫੈਸਲੇ ਆ ਉਹ ਕਿਵੇਂ ਲਏ ਜਾਂਦੇ ਨੇ। ਲੇਕਿਨ ਇੱਕ ਵਿਧੀ ਹੈ ਜਿਹੜੀ ਹੈਗੀ ਆ ਡਿਸੀਜ਼ਨ ਮੇਕਿੰਗ, ਫੈਸਲਾਕੁਨ ਵਿਧੀ, ਇੱਕ ਵਿਗਿਆਨਕ ਤੌਰ ਦੇ ਉੱਤੇ ਵਿਗਿਆਨਕ ਜਿਹੜੀਆਂ ਸਾਡੇ ਸਿਧਾਂਤ ਆਏ ਸਾਰੀਆਂ ਜਿਹੜੇ ਸਮਾਜਿਕ ਵਿਗਿਆਨ ਦੇ ਵਿੱਚ, ਚਾਹੇ ਸੋਸ਼ੋਲੋਜੀ ਹੈ, ਇਕਨੋਮਿਕਸ ਹੈ, ਸਾਰਿਆਂ ਦੇ ਵਿੱਚ ਆਏ, ਜਿਨ੍ਹਾਂ ਦੇ ਵਿੱਚੋਂ ਇਹ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਵੀ ਇੱਕ ਫੈਸਲਾਕੁਨ ਵਿਧੀ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਫੈਸਲੇ ਜਿਹੜੇ ਆ ਉਹ ਕਿਵੇਂ ਲਏ ਜਾਂਦੇ ਆ। ਤਾਂ ਉਹਦੇ ਵਿੱਚ ਰਿਚਰਡ ਸੈਂਡਰਸ ਸੀ, ਜੋਸਫ ਫਰੈਂਕਲ ਹੈ, ਜਿਨ੍ਹਾਂ ਨੇ ਇੱਕ ਮਾਡਲ ਤਿਆਰ ਕੀਤਾ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਫੈਸਲੇ
ਉਹ ਉਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਪ੍ਰਭਾਵਿਤ ਕੀਤੀਆਂ ਨੇ। ਔਰ ਉਹਨਾਂ ਦਾ ਪਹਿਲਾ ਇਹ ਸੀਗਾ ਕਿ ਦੇਸ਼ ਜਿਹੜੇ ਆ ਜਿਸ ਤਰ੍ਹਾਂ ਵੀ ਵਿਵਹਾਰ ਕਰ ਰਹੇ ਆ, ਕਿਉਂ ਕਰ ਰਹੇ ਆ। ਸਾਰੇ ਦੇਸ਼ ਜਿਹੜੇ ਆ ਉਹ ਮੁਕਾਬਲੇ 'ਤੇ ਨੇ, ਕੰਪੀਟੀਸ਼ਨ 'ਤੇ ਨੇ। ਜੋ ਯਥਾਰਥਵਾਦ ਕਹਿੰਦਾ ਕਿ ਮੁਕਾਬਲਾ ਕਿਉਂ ਹੈ, ਕਿਉਂਕਿ ਸਾਡੇ ਸੀਮਤ ਅੱਗੇ ਰਿਸੋਰਸ ਹੁੰਦੇ ਆ ਅਤੇ ਹਰ ਦੇਸ਼ ਚਾਹੁੰਦਾ ਹੈ ਕਿ ਮੈਂ ਵੱਧ ਤੋਂ ਵੱਧ ਉਹ ਅਚੀਵ ਕਰਾਂ, ਜਿਹਦੇ ਕਰਕੇ ਮੁਕਾਬਲਾ ਹੈ, ਜਿਹਦੇ ਕਰਕੇ ਜਿਹੜੀ ਹੈ ਪਾਵਰ ਦਾ ਇੱਕ ਡਿਸਪਲੇ ਹੈ। ਔਰ ਇਹ ਕਹਿੰਦੇ ਆ ਕਿ ਵੀ ਇੱਕ ਦੂਜੇ ਤੌਰ ਦੇ ਉੱਤੇ ਡਿਪਲੋਮੇਸੀ ਵੀ ਵਰਤੀ ਜਾ ਸਕਦੀ ਹੈ ਕਿ ਉਹਨੂੰ ਕਿਸ ਤਰ੍ਹਾਂ ਜਿਹੜਾ ਸੁਧਾਰਿਆ ਜਾ ਸਕਦਾ ਹੈ। ਔਰ ਫਿਰ ਅਸੀਂ ਉਹ ਦੇਖਦੇ ਕਿ ਜੇ ਦੇਸ਼ ਇਸ ਤਰ੍ਹਾਂ ਕਰਦੇ ਆ ਤਾਂ ਕਿਉਂ ਕਰਦੇ ਆ, ਔਰ ਫੈਸਲੇ ਕਿੱਥੇ ਲਏ ਜਾਂਦੇ ਆ, ਕੌਣ ਫੈਸਲੇ ਲੈਂਦਾ, ਕਿੱਥੇ। ਔਰ ਫੈਸਲਿਆਂ ਦਾ ਜਦੋਂ ਇਹ ਲਏ ਜਾਂਦੇ ਉਦੋਂ ਹਾਲਾਤ ਕੀ ਹੁੰਦੇ ਆ, ਉਹ ਹਾਲਾਤ ਵੀ ਉਹਨਾਂ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦੇ ਆ। ਤਾਂ ਫੈਸਲਿਆਂ ਦੇ ਵਿੱਚ, ਅੰਤਰਰਾਸ਼ਟਰੀ ਫੈਸਲਿਆਂ ਦੇ ਵਿੱਚ ਉਹ ਕਹਿੰਦੇ ਹਰ ਇੱਕ ਦੇਸ਼ ਦਾ ਆਪਣਾ ਆਪਣਾ ਇੱਕ ਪ੍ਰਬੰਧ ਹੈ, ਉਹਨਾਂ ਦਾ ਅੰਦਰੂਨੀ ਵੀ ਹੈ ਅਤੇ ਉਹਨਾਂ ਦਾ ਬਾਹਰੀ ਵੀ ਹੈ, ਜਿਹਦੇ ਵਿੱਚ ਜੋਸਫ ਫਰੈਂਕਲ ਨੇ ਮਾਡਲ ਦਿੱਤਾ ਕਿ ਸਾਡੇ ਜਿਹੜੇ ਅੰਦਰੂਨੀ ਸੈਟਿੰਗ ਹੈ ਜਿਹੜੀ ਉਹ ਇੱਕ ਮੰਗਾਂ ਦੇ ਤੌਰ ਦੇ ਉੱਤੇ, ਡਿਮਾਂਡਸ ਦੇ ਤੌਰ ਦੇ ਉੱਤੇ ਫੈਸਲੇ ਲੈਣ ਵਾਲਿਆਂ ਕੋਲ ਆਉਂਦੀ ਹੈ, ਅਤੇ ਫਿਰ ਉਹਦੀ ਸਪੋਰਟ ਦੇ ਵਿੱਚ ਅੰਤਰਰਾਸ਼ਟਰੀ ਜਿਹੜੀ ਹੈ ਪਬਲਿਕ ਓਪੀਨੀਅਨ ਹੈ ਉਹ ਕਿੰਨੀ ਕੁ ਹੈ, ਇਹਨਾਂ ਨੂੰ ਦੇਖਿਆ ਜਾਂਦਾ ਹੈ। ਜਿਸ ਤਰ੍ਹਾਂ ਕਾਰਗਿਲ ਵਾਰ ਹੋਈ 1999 ਦੇ ਵਿੱਚ, ਤਾਂ ਉਦੋਂ ਪੂਰੇ ਭਾਰਤ ਦੇ ਵਿੱਚ ਮੈਜੋਰਿਟੀ ਦਾ, ਖਾਸ ਕਰਕੇ ਯੰਗਰ ਜਨਰੇਸ਼ਨ ਦਾ ਇੱਕ ਇਹ ਕਨਸੈਪਟ ਸੀਗਾ ਕਿ ਪਾਕਿਸਤਾਨ ਦੇ POK ਦੇ ਵਿੱਚ ਇੰਟਰਫੇਅਰ ਕੀਤਾ ਜਾਏ, ਉੱਥੇ ਇੰਟਰੂਡ ਕੀਤਾ ਜਾਏ, ਅਫੈਂਸਿਵ ਐਕਸ਼ਨ ਲਿਆ ਜਾਏ ਅਤੇ ਉਹਨੂੰ ਆਕੂਪਾਈ ਕੀਤਾ ਜਾਏ, ਕਿ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਬਣ ਗਏ ਆ। ਕਾਫੀ ਹੱਦ ਤੱਕ ਸਾਡੇ ਵਾਜਪਾਈ ਸੀਗੇ ਉਦੋਂ ਪ੍ਰਾਈਮ ਮਿਨਿਸਟਰ, ਔਰ ਇਹ ਅੰਦਰ ਖਾਤੇ ਕਿਤੇ ਨਾ ਕਿਤੇ ਫੈਸਲਾ ਲਿਆ ਵੀ ਜਾਣ ਲੱਗਿਆ ਸੀ ਵੀ ਕਿਸ ਤਰ੍ਹਾਂ ਜਿਹੜਾ, ਕਿਉਂਕਿ ਸਾਡੇ 'ਤੇ ਅੰਦਰੂਨੀ ਸੈਟਿੰਗ ਦੀ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਜਿਹੜੀ ਆ ਮੰਗ ਹੋ ਗਈ ਸੀ, ਲੇਕਿਨ ਸਪੋਰਟ ਨਹੀਂ ਬਾਹਰੋਂ ਮਿਲ ਰਹੀ ਸੀ। ਦੂਸਰੇ ਦੇਸ਼ ਖਾਸ ਕਰਕੇ ਜਿਹੜੇ ਉਸ ਟਾਈਮ 'ਤੇ ਅੰਤਰਰਾਸ਼ਟਰੀ ਆਰਡਰ ਦੇ ਵਿੱਚ ਮਾਇਨੇ ਰੱਖਦੇ ਆ, ਚਾਹੇ ਉਹ USSR ਸੀ, ਚਾਹੇ ਉਹ ਰਸ਼ੀਆ ਸੀ, ਚਾਹੇ ਉਹ ਅਮਰੀਕਾ ਸੀ ਜਾਂ ਯੂਰਪ ਦੇ ਦੇਸ਼ਾਂ, ਲੇਕਿਨ ਉਹਨਾਂ ਨੇ ਇਹਦੀ ਸਪੋਰਟ ਨਹੀਂ ਕੀਤੀ ਗਈ ਵੀ ਅਸੀਂ ਇਹਦੇ ਖਿਲਾਫ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ। ਸੋ ਇਹ ਮਾਡਲ ਇਹ ਦਿੰਦੇ ਆ ਕਿ ਜਿਹੜੇ ਅੰਤਰਰਾਸ਼ਟਰੀ ਫੈਸਲੇ ਲੈਣੇ ਆ ਉਹਦੇ ਵਿੱਚ ਅੰਤਰਰਾਸ਼ਟਰੀ ਪਬਲਿਕ ਓਪੀਨੀਅਨ ਵੀ ਅਤੇ ਰਾਸ਼ਟਰੀ ਪਬਲਿਕ ਓਪੀਨੀਅਨ ਵੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਉਹ ਜਿਹੜੇ ਫੈਸਲੇ ਲੈ ਰਹੇ ਨੇ ਵਿਅਕਤੀ, ਉਹ ਜ਼ਰੂਰੀ ਨਹੀਂ ਆ ਪ੍ਰਾਈਮ ਮਿਨਿਸਟਰ ਹੀ ਹੋਵੇ, ਔਰ ਜ਼ਰੂਰੀ ਨਹੀਂ ਆ ਉਹ ਫੋਰਨ ਮਿਨਿਸਟਰ ਹੀ ਹੋਵੇ। ਟਾਈਮ ਟੂ ਟਾਈਮ ਵਕਤ ਦੇ ਤੌਰ ਦੇ ਉੱਤੇ ਕਈ ਵਾਰੀ ਐਡਹੌਕ ਕਾਈਂਡ 'ਤੇ ਕਮੇਟੀਆਂ ਬਣਾਈਆਂ ਜਾਂਦੀਆਂ ਨੇ, ਔਰ ਜਿਸ ਤਰ੍ਹਾਂ ਕਿਊਬਨ ਮਿਸਾਈਲ ਕ੍ਰਾਈਸ ਹੋਏ ਉਹਦੇ 1962 ਦੇ ਵਿੱਚ, ਜਾਂ ਵੀਅਤਨਾਮ ਵਾਰ ਹੋਈ, ਤਾਂ ਅਮਰੀਕਾ ਨੇ ਐਡਹੌਕ ਕਮੇਟੀਆਂ ਬਣਾਈਆਂ ਹੋਈਆਂ ਸੀ ਫੈਸਲੇ ਡੇ ਟੂ ਡੇ ਜਿਹੜੇ ਫੈਸਲੇ ਲੈਣੇ ਆ, ਚਾਹੇ ਉਹਦੇ 'ਤੇ ਪ੍ਰੈਜ਼ੀਡੈਂਟ ਦੀ ਮੋਹਰ ਲੱਗਦੀ ਸੀ, ਪਰ ਪ੍ਰੈਜ਼ੀਡੈਂਟ ਆਲਮੋਸਟ ਉਹਨਾਂ ਨਾਲ ਸਹਿਮਤ ਹੁੰਦੇ ਸੀ ਵੀ ਇਹਨਾਂ ਨੇ ਸਾਰੇ ਕੈਲਕੂਲੇਟ ਕਰਕੇ ਹੀ ਫੈਸਲੇ ਲਏ ਹੋਣੇ ਆ। ਸੋ ਅਸੀਂ ਦੇਖਦੇ ਹਾਂ ਕਿ ਫੈਸਲੇ, ਕਹਿੰਦੇ ਕਿ ਫੈਸਲੇ ਲਏ ਕਿੱਥੇ ਜਾਂਦੇ ਆ, ਸਾਨੂੰ ਇਹ ਵੀ ਦੇਖਣਾ ਪਏਗਾ। ਔਰ ਜਿਹੜੇ ਫੈਸਲੇ ਲੈਂਦੇ ਨੇ ਉਹਨਾਂ ਦੀ ਪਰਸਨੈਲਿਟੀ ਕੀ ਹੈ। ਹੁਣ ਉਸ ਪਰਸਨੈਲਿਟੀ ਦੇ ਵਿੱਚ ਇੱਕ ਸਾਈਕੋਲੋਜੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਮਨੋਵਿਗਿਆਨ ਤੌਰ 'ਤੇ ਵੀ ਇਹ ਵਿਧੀ ਜਦੋਂ ਅਪਲਾਈ ਹੁੰਦੀ ਆ ਕਿ ਜਿੰਨੇ ਵੀ ਜਿਹੜੇ ਵਿਅਕਤੀ ਨੇ ਜਾਂ ਫੈਸਲੇ ਲੈਣ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਰੋਲ ਹੁੰਦਾ ਹੈ, ਕੁਛ ਵਿਅਕਤੀ ਜਿਹੜੇ ਆ ਬਹੁਤ ਐਫੀਸ਼ੀਐਂਟ ਹੁੰਦੇ ਨੇ, ਕੁਛ ਵਿਅਕਤੀ ਜਿਹੜੇ ਆ ਬਹੁਤ ਬੋਲਡ ਹੁੰਦੇ ਨੇ ਔਰ ਵਿਜ਼ਨਰੀ ਵੀ ਹੁੰਦੇ ਨੇ, ਬਾਕੀ ਨਹੀਂ ਹੁੰਦੇ। ਇਹ ਫਰਕ ਅਕਸਰ ਪਾਇਆ ਜਾਂਦਾ ਹੈਗਾ, ਅਤੇ ਉਹਨਾਂ ਦਾ ਜਿਹੜਾ ਇਹ ਉਸ ਫਰਕ ਦਾ ਜਿਹੜਾ ਉਹ ਫੈਸਲਿਆਂ ਦੇ ਉੱਤੇ ਵੀ ਅਸਰ ਆ ਜਾਂਦਾ ਹੈ, ਕਿ ਉਹ ਪਰਸਨੈਲਿਟੀ ਜਿਹੜੀ ਹੈ ਉਹਨਾਂ ਦੀ ਬਚਪਨ ਤੋਂ ਲੈ ਕੇ, ਜਿਵੇਂ ਓਪਨਹਾਈਮਰ ਦੀ ਜਿਹੜੀ ਫਿਲਮ ਬਹੁਤ ਚੱਲ ਰਹੀ ਆ ਅੱਜ ਕੱਲ੍ਹ, ਬੌਂਬ ਜਿਹੜਾ ਬਣਾਇਆ ਸੀਗਾ ਉਹਨੇ, ਐਟਮ ਬੰਬ ਬਣਾਇਆ ਉਹਨੇ, ਤਾਂ ਉਹਦੇ ਵਿੱਚ ਹੁਣ ਆਮ ਹੀ ਇਹ ਆ ਰਿਹਾ ਕਾਫੀ ਕਿ ਵੀ ਉਹਦੀ ਸਾਈਕੋਲੋਜੀਕਲ ਸਟੱਡੀ ਜਿਹੜੀ ਆ ਕੀਤੀ ਗਈ ਵੀ ਉਹਨੇ ਇਹ ਫੈਸਲਾ ਕਿਉਂ ਲਿਆ ਗਿਆ ਐਟਮ ਬੰਬ ਦਾ, ਕਿਉਂਕਿ ਉਹ ਬਚਪਨ ਤੋਂ ਹੀ ਇੱਕ ਆਈਸੋਲੇਸ਼ਨ ਦੇ ਵਿੱਚ ਰਿਹਾ ਸੀਗਾ, ਉਹ ਰਹਿਣਾ ਹੀ ਚਾਹੁੰਦਾ ਹੁੰਦਾ ਸੀ ਆਈਸੋਲੇਸ਼ਨ ਦੇ ਵਿੱਚ। ਤਾਂ ਉਹਨੂੰ ਇਸ ਤਰ੍ਹਾਂ ਦਾ ਜਿਹੜਾ ਲੇਟਰ ਆਨ ਉਹਨੂੰ ਬਹੁਤ ਇਸ ਚੀਜ਼ ਦਾ ਅਹਿਸਾਸ ਹੋਇਆ ਜਦੋਂ ਉਹ ਹਾਇਰ ਸਟੱਡੀ ਦੇ ਵਿੱਚ ਆਉਂਦਾ ਹੈ, ਦੇਖਦਾ ਹੈ ਕਿ ਵੀ ਹੋਰ ਲੋਕ ਨੇ, ਉਹਨਾਂ ਦੇ ਵਿੱਚ ਰਹਿ ਕੇ ਚੰਗਾ ਲੱਗਦਾ ਹੈ, ਉਹਨਾਂ ਵਿੱਚ ਰਹਿ ਕੇ ਵੀ ਸਾਡੇ ਉਹਨੂੰ ਲੈਂਦਾ ਸੀ ਕਿ ਮੈਂ ਜੋ ਹਾਂ ਮੈਂ ਹੀ ਹਾਂ, ਮੇਰੇ ਵਰਗਾ ਕੁਝ ਹੋਰ ਨਹੀਂ ਹੋ ਸਕਦਾ, ਇਸ ਕਰਕੇ ਮੈਨੂੰ ਕਿਸੇ ਦੀ ਲੋੜ ਨਹੀਂ ਆ। ਲੇਕਿਨ ਸਮਾਜ ਵਿੱਚ ਰਹਿਣ ਦੀ ਉਹਨੂੰ ਬਾਅਦ ਵਿੱਚ ਖਾਹਿਸ਼ਾਂ ਹੁੰਦੀਆਂ ਨੇ ਕਿ ਸਮਾਜ ਦੇ ਵਿੱਚ ਰਹਿ ਕੇ ਔਰ ਉਹਨਾਂ ਦੀ ਓਪੀਨੀਅਨ ਲੈਣਾ,
ਜਾਂ ਉਹਨਾਂ ਦੀ ਉੱਤੇ ਨਿਰਭਰ ਹੋਣਾ ਉਹ ਵੀ ਚੰਗਾ ਹੁੰਦਾ ਔਰ ਅਲਟੀਮੇਟਲੀ ਉਹ ਸਾਡੇ ਦਿਮਾਗ ਦੇ ਲਈ ਸਾਡੇ ਵਿਕਾਸ ਦੇ ਲਈ ਜ਼ਰੂਰੀ ਹੈ। ਓਪਨਹਾਈਮਰ ਨੇ ਵੀ ਇਹ ਲੇਟਰ ਔਨ ਜਿਹੜਾ ਦੇਖਿਆ। ਸੋ ਪਰਸਨੈਲਿਟੀ ਆਫ ਦਾ ਜਿਹੜਾ ਲੀਡਰਸ ਆ ਉਹ ਵੀ ਹੈ। ਸੋ ਇਸੇ ਤਰ੍ਹਾਂ ਜਿਹੜਾ ਉਸ ਦੇਸ਼ ਦਾ ਸਿਸਟਮ ਕੀ ਹੈ, ਡੈਮੋਕ੍ਰੇਟਿਕ ਹੈ। ਤਾਂ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਉਹ ਕਹਿੰਦੇ ਆ ਕਿ ਜਦੋਂ ਫੈਸਲੇ ਲੈਣ ਵਾਲਿਆਂ ਕੋਲੇ ਇਨਫੋਰਮੇਸ਼ਨ ਆਉਂਦੀ ਹੈ ਵੀ ਸਾਨੂੰ ਕਿਹੜੇ ਫੈਸਲੇ ਲੈਣੇ ਚਾਹੀਦੇ ਆ, ਉਹ ਇਨਫੋਰਮੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਆ, ਉਹ ਪਾਰਦਰਸ਼ੀ ਹੈ, ਡੈਮੋਕ੍ਰੇਟਿਕ ਹੈ, ਉਹ ਓਪਨ ਹੈ ਵੀ ਉਹਨਾਂ ਲੋਕਾਂ ਦੀਆਂ ਜਿਹੜੀਆਂ ਡਿਮਾਂਡਸ ਨੇ, ਕੀ ਚਾਹੁੰਦੇ ਨੇ, ਉਹ ਡਾਇਰੈਕਟ ਆ ਰਹੀਆਂ ਉਹਨਾਂ ਦੇ ਕੋਲੇ, ਜਾਂ ਉਹ ਰਿਸਟ੍ਰਿਕਟਡ ਹੈ, ਉਹ ਕਿਸੇ ਗਰੁੱਪ ਦਾ, ਧਰਮ ਦਾ, ਸਮੂਹ ਦਾ, ਉਹਨੂੰ ਰਿਸਟ੍ਰਿਕਟ ਕਰਕੇ ਜਿਹੜੇ ਆਪਣੇ ਅਕੋਰਡਿੰਗਲੀ ਉਹ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਜਾਂ ਭੇਜ ਦਿੱਤੀ ਜਾ ਰਹੀ। ਇਸ ਚੀਜ਼ 'ਤੇ ਵੀ ਜਿਹੜਾ ਹੈ ਬਹੁਤ। ਫਿਰ ਉਹ ਦੇਸ਼ ਦੇ ਲੋਕ ਸੈਕੂਲਰ ਨੇ, ਧਾਰਮਿਕ ਨੇ, ਕਿਸ ਤਰ੍ਹਾਂ ਨੇ, ਉਹਨਾਂ ਮੰਗਾਂ 'ਤੇ ਅਤੇ ਉਹਨਾਂ ਫੈਸਲਿਆਂ 'ਤੇ ਉਹ ਵੀ ਇੱਕ ਆਧਾਰ ਬਣਦਾ ਹੈ। ਇਸ ਕਰਕੇ ਜਦੋਂ ਸਪੋਰਟ ਸਿਸਟਮ ਆਉਂਦਾ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਹਿੰਦੇ ਆ ਕਿ ਦੇਸ਼ਾਂ ਦੇ ਵਿੱਚ ਸਰਕਾਰਾਂ ਕਿੱਦਾਂ ਦੀਆਂ ਚੱਲ ਰਹੀਆਂ ਨੇ, ਡੈਮੋਕ੍ਰੇਟਿਕ ਹੈ, ਡਿਕਟੇਟਰਸ਼ਿਪ ਹੈ, ਕਿਸ ਤਰ੍ਹਾਂ ਦੀਆਂ ਸਰਕਾਰਾਂ ਚੱਲ ਰਹੀਆਂ ਨੇ ਦੇਸ਼ਾਂ ਦੇ ਵਿੱਚ, ਜਿਸ ਕਰਕੇ ਜਿਹੜਾ ਹੈ ਉਹਨਾਂ ਦਾ ਉਸ ਤਰ੍ਹਾਂ ਦੀ ਸਪੋਰਟ ਜਿਹੜੀ ਹੈ ਕੀਤੀ ਜਾਏਗੀ। ਇੱਕ ਡਿਕਟੇਟਰਸ਼ਿਪ ਹੈ, ਮਿਲਟਰੀ ਹੈ, ਉਹ ਹਮੇਸ਼ਾ ਡਿਕਟੇਟਰਸ਼ਿਪ ਰਾਜ ਨੂੰ, ਉਸ ਦੀ ਗਵਰਨਮੈਂਟ ਨੂੰ ਸਪੋਰਟ ਕਰੇਗੀ। ਇੱਕ ਡੈਮੋਕ੍ਰੇਸੀ ਹੈ, ਚਾਹੇ ਡੈਮੋਕ੍ਰੇਸੀ ਕਿਸ ਤਰ੍ਹਾਂ ਦੀ ਹੋਏ ਇੱਕ ਅਲੱਗ ਸਵਾਲ ਹੈ। ਤਾਂ ਉਹ ਉੱਥੋਂ ਦੀਆਂ ਜਿਹੜੀਆਂ, ਚਾਹੇ ਅਮਰੀਕਾ ਦੀ ਡੈਮੋਕ੍ਰੇਸੀ ਹੈ, ਉਹ ਡਿਕਟੇਟਰਸ਼ਿਪ ਨੂੰ ਸਪੋਰਟ ਕਰਦੇ ਰਹੇ, ਉਹ ਵੀ ਸਾਰੀਆਂ ਚੀਜ਼ਾਂ ਹੈਗੀਆਂ ਨੇ ਵੀ ਉਹਨਾਂ ਨੇ ਆਪਣੇ ਹਿੱਤ ਦੇ ਲਈ ਡੈਮੋਕ੍ਰੇਸੀ, ਲੋਕਤੰਤਰ ਨੂੰ ਸਪੋਰਟ ਕਰਨ ਦੀ ਜਗ੍ਹਾ ਉਹਨਾਂ ਨੇ ਦੂਸਰੇ ਜਿਹੜੇ ਜਿੱਥੇ ਭਾਵੇਂ ਡਿਕਟੇਟਰਸ਼ਿਪ ਸੀਗੀਆਂ ਜਾਂ ਹੋਰ ਇਸਟੈਬਲਿਸ਼ ਹੋਏ, ਉੱਥੇ ਉਹਨਾਂ ਨੇ ਸਪੋਰਟ ਕੀਤੀ ਕਿ ਸਾਡਾ ਹਿੱਤ ਜਿਹੜਾ ਪੂਰਾ ਹੁੰਦਾ ਜਾਵੇ। ਬਰਮਾ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਵੀ ਚੀਨ ਉਹਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਹੈ। ਰੋਹਿੰਗਿਆ ਕਮਿਊਨਿਟੀ ਸਾਡੇ ਉਹਦਾ ਜੋ ਹਾਲ ਹੋ ਰਿਹਾ ਹੈ, ਔਰ ਉੱਥੇ ਵੀ ਜਿਹੜਾ ਹੈ ਕਿ ਮੈਜੋਰਿਟੀ ਬੁੱਧਿਸਟਸ ਨੇ, ਔਰ ਉਹਦੇ ਨਾਲ ਜਿਹੜੀ ਹੈ ਬਹੁਤ ਹੀ ਜਿਹੜੇ ਬੰਗਾਲੀ, ਇਹ ਬੰਗਲਾਦੇਸ਼ ਦੇ ਮੁਸਲਿਮਸ ਨੇ, ਉਹਦੇ ਵਿੱਚ ਭਾਰਤ ਵੀ ਚੁੱਪ ਹੈ, ਚਾਈਨਾ ਉਹਦੀ ਸਪੋਰਟ ਕਰ ਰਿਹਾ। ਭਾਰਤ ਇਸ ਕਰਕੇ ਚੁੱਪ ਹੈ, ਇੱਕ ਤਾਂ ਉਹਨੂੰ ਇਹ ਹੈ ਕਿ ਵੀ ਚਾਈਨਾ ਦਾ ਇਨਫਲੂਐਂਸ ਉੱਥੇ ਜ਼ਿਆਦਾ ਹੋ ਜਾਏਗਾ, ਦੂਸਰਾ ਇਹਨਾਂ ਨੂੰ ਇਹ ਹੈ ਕਿ ਮੈਜੋਰਿਟੀ ਜਿਹੜੇ ਬੁੱਧਿਸਟਸ ਨੇ ਕਿਤੇ ਨਾ ਕਿਤੇ ਆਪਣੇ ਨਾਲ ਇਹ ਜੋੜਦੇ ਨੇ ਅਤੇ ਉਹ ਬਾਕੀ ਜਿਹੜੀ ਮੁਸਲਿਮ ਕਮਿਊਨਿਟੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਰੋਹਿੰਗਿਆ ਰਿਫਿਊਜੀ ਦਾ ਉਹਨਾਂ ਧਿਆਨ ਉਹਨਾਂ ਦਾ ਨਹੀਂ ਲਿਆ ਗਿਆ, ਚਾਹੇ ਕਿਉਂਕਿ ਸੂ ਕੀ ਵੀ ਉੱਥੇ ਇੰਨਾ ਜ਼ਿਆਦਾ ਉਹਨਾਂ ਦਾ ਸਪੋਰਟ ਨਹੀਂ ਕਰ ਸਕੀ। ਸੋ ਇਹ ਮਜਬੂਰੀਆਂ ਜਿਹੜੀਆਂ ਫੈਸਲੇ ਲੈਣ ਦੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਤਰ੍ਹਾਂ ਦੀਆਂ ਕੀਤੀਆਂ ਜਾਂਦੀਆਂ ਕਿ ਜਿਹਦੇ ਵਿੱਚ ਜਿਹੜਾ ਉਹਦਾ ਲੀਡਰ ਦਾ ਆਪਣਾ ਜਿਹੜਾ ਪਰਸਪੈਕਟਿਵ ਹੈ, ਜਾਂ ਆਪਣਾ ਜਿਹੜਾ ਉਹਦਾ ਵਿਚਾਰਧਾਰਾ ਹੈ, ਜਾਂ ਉਹ ਆਪਣੀ ਉਹਦੀ ਜਿਹੜੀ ਵਿਜ਼ਨ ਹੈ, ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਉਹਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਹੈ। ਤਾਂ ਫੈਸਲੇ ਜਿਹੜੇ ਆ ਉਹਨਾਂ ਸੀਮਿਤ ਸਾਧਨਾਂ ਦੇ ਵਿੱਚ ਉਹ ਫੈਸਲੇ ਉਹਨਾਂ ਤੋਂ ਲਏ ਜਾਂਦੇ ਨੇ। ਇਸ ਤਰ੍ਹਾਂ ਹੀ ਚਾਹੇ ਉਹ ਦੇਸ਼ ਦੀ ਰਾਜਨੀਤੀ ਹੈ, ਚਾਹੇ ਉਹ ਸਟੇਟ ਦੀ ਰਾਜਨੀਤੀ, ਉੱਥੇ ਵੀ ਉਹਨਾਂ ਅੱਗੇ ਸੀਮਤ ਹੀ ਹੁੰਦੇ ਕਿ ਸਾਡਾ ਲਾਸ ਕਿੱਥੇ ਹੈ, ਕਿਉਂਕਿ ਹਰ ਇੱਕ ਵਿਅਕਤੀ ਅਗਰ ਤਾਂ ਉਹ ਜਨਤਾ ਦਾ, ਲੋਕਾਂ ਦਾ ਦੇਖਦੇ ਆ ਕਿ ਉਹਨਾਂ ਦਾ ਫਾਇਦਾ ਹੈ, ਤਾਂ ਉਹ ਆਪਣੇ ਆਪ ਫੈਸਲੇ ਸਹੀ ਲਏ ਜਾ ਸਕਦੇ। ਜਦੋਂ ਉਹ ਦੇਖਦੇ ਆ ਕਿ ਸਾਡੀ ਪਾਰਟੀ, ਮੇਰਾ ਇੰਡੀਵਿਜੂਅਲ ਫਾਇਦਾ ਕਿੱਥੇ ਆ, ਤਾਂ ਉੱਥੇ ਜਿਹੜੇ ਆ ਫੈਸਲਾਂ ਦੇ ਸੀਮਤ ਸਾਧਨ ਹੋ ਜਾਂਦੇ ਨੇ। ਤਾਂ ਇਹ ਇੱਕ ਅਲੱਗ ਜਿਹੜਾ ਸਟਰਕਚਰ ਹੈਗਾ ਸਟੇਟ ਦਾ, ਜਿਹੜੀ ਮਾਡਰਨ ਸਟੇਟ ਆਈ ਆ, ਅਸੀਂ ਉਸ ਚੀਜ਼ ਨੂੰ ਕਿ ਵੀ ਇਹ ਬਹੁਤ ਵਧੀਆ ਸਟਰਕਚਰ ਸਾਡੇ ਸਾਹਮਣੇ ਆਇਆ। ਹੋਰ ਵੀ ਉਹਦੇ ਬਹੁਤ ਸਾਰੇ ਰੂਪ ਹੋ ਸਕਦੇ ਆ, ਪਰ ਜਿਹੜੇ ਇਸ ਟਾਈਮ 'ਤੇ ਅਸੀਂ ਦੇਖਦੇ ਹਾਂ ਉਹਨਾਂ ਵਿੱਚ ਜਿਹੜੇ ਫੈਸਲਿਆਂ ਦੀ ਪਰੰਪਰਾ ਹੈ ਅੰਤਰਰਾਸ਼ਟਰੀ ਪੱਧਰ 'ਤੇ, ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੀਆਂ ਕੰਪਨੀਆਂ ਨੇ, ਖਾਸ ਕਰਕੇ ਕਾਰਪੋਰੇਟਸ ਹੈ, ਦੁਨੀਆ ਦੇ ਵਿੱਚ ਸਭ ਤੋਂ ਜਿਹੜੇ ਆਰਮਾਮੈਂਟ ਇੰਡਸਟਰੀ ਹੈ ਸਭ ਤੋਂ ਸਟਰੋਂਗ ਹੈ ਉਹਦੀ ਇਸ ਟਾਈਮ ਚੱਲ, ਉਹ ਅਮਰੀਕਾ ਦੀ ਆਰਮਾਮੈਂਟ ਇੰਡਸਟਰੀ ਹੈ। ਔਰ ਅਮਰੀਕਾ ਦੀ ਜਿਹੜੀ ਆਰਮਾਮੈਂਟ ਇੰਡਸਟਰੀ ਹੈ ਉਹ ਅਮਰੀਕਾ ਦੀ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਹਾਵੀ ਹੈ। ਅਮਰੀਕਾ ਦੇ ਵਿੱਚ ਹੀ ਉਹ ਆਪਣੇ ਜਿਹੜੇ ਟੀਨੇਜ ਬੱਚੇ ਹੈ, 17 ਸਾਲ 16 ਸਾਲ ਦੇ ਬੱਚਿਆਂ ਨੂੰ ਉਹ ਹਥਿਆਰ ਵੇਚਣ ਤੋਂ ਸਰਕਾਰ ਉਹਨਾਂ ਨੂੰ ਰੋਕ ਨਹੀਂ ਸਕਦੀ ਗੀ। ਮਾਰਕੀਟ ਦੇ ਵਿੱਚ ਹਥਿਆਰ ਅਵੇਲੇਬਲ ਨੇ, ਉਹ ਖਰੀਦ ਸਕਦੇ ਆ। ਉਹ ਇੰਨੀ ਮਾਫੀਆ ਇੰਨਾ ਸਟਰੋਂਗ ਹੈ ਵੀ ਸਰਕਾਰ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ। ਕੁਛ ਜਿਹੜੇ ਜਿੱਥੇ ਭਾਵੇਂ ਡਿਕਟੇਟਰਸ਼ਿਪ ਸੀਗੀਆਂ ਜਾਂ ਹੋਰ ਇਸਟੈਬਲਿਸ਼ ਹੋਏ, ਉੱਥੇ ਉਹਨਾਂ ਨੇ ਸਪੋਰਟ ਕੀਤੀ ਕਿ ਸਾਡਾ ਹਿੱਤ ਜਿਹੜਾ ਪੂਰਾ ਹੁੰਦਾ ਜਾਵੇ। ਬਰਮਾ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਵੀ ਚੀਨ ਉਹਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਹੈ। ਰੋਹਿੰਗਿਆ ਕਮਿਊਨਿਟੀ ਸਾਡੇ ਉਹਦਾ ਜੋ ਹਾਲ ਹੋ ਰਿਹਾ ਹੈ, ਔਰ ਉੱਥੇ ਵੀ ਜਿਹੜਾ ਹੈ ਕਿ ਮੈਜੋਰਿਟੀ ਬੁੱਧਿਸਟਸ ਨੇ, ਔਰ ਉਹਦੇ ਨਾਲ ਜਿਹੜੀ ਹੈ ਬਹੁਤ ਹੀ ਜਿਹੜੇ ਬੰਗਾਲੀ, ਇਹ ਬੰਗਲਾਦੇਸ਼ ਦੇ ਮੁਸਲਿਮਸ ਨੇ,
ਉਹਦੇ ਵਿੱਚ ਭਾਰਤ ਵੀ ਚੁੱਪ ਹੈ, ਚਾਈਨਾ ਉਹਦੀ ਸਪੋਰਟ ਕਰ ਰਿਹਾ। ਭਾਰਤ ਇਸ ਕਰਕੇ ਚੁੱਪ ਹੈ, ਇੱਕ ਤਾਂ ਉਹਨੂੰ ਇਹ ਹੈ ਕਿ ਵੀ ਚਾਈਨਾ ਦਾ ਇਨਫਲੂਐਂਸ ਉੱਥੇ ਜ਼ਿਆਦਾ ਹੋ ਜਾਏਗਾ, ਦੂਸਰਾ ਇਹਨਾਂ ਨੂੰ ਇਹ ਹੈ ਕਿ ਮੈਜੋਰਿਟੀ ਜਿਹੜੇ ਬੁੱਧਿਸਟਸ ਨੇ ਕਿਤੇ ਨਾ ਕਿਤੇ ਆਪਣੇ ਨਾਲ ਇਹ ਜੋੜਦੇ ਨੇ, ਅਤੇ ਉਹ ਬਾਕੀ ਜਿਹੜੀ ਮੁਸਲਿਮ ਕਮਿਊਨਿਟੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਰੋਹਿੰਗਿਆ ਔਰ ਰਿਫਿਊਜੀ ਦਾ ਉਹਨਾਂ ਧਿਆਨ ਉਹਨਾਂ ਦਾ ਨਹੀਂ ਲਿਆ ਗਿਆ, ਚਾਹੇ ਕਿਉਂਕਿ ਸੂ ਕੀ ਵੀ ਉੱਥੇ ਇੰਨਾ ਜ਼ਿਆਦਾ ਉਹਨਾਂ ਦਾ ਸਪੋਰਟ ਨਹੀਂ ਕਰ ਸਕੀ। ਸੋ ਇਹ ਮਜਬੂਰੀਆਂ ਜਿਹੜੀਆਂ ਫੈਸਲੇ ਲੈਣ ਦੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਤਰ੍ਹਾਂ ਦੀਆਂ ਕੀਤੀਆਂ ਜਾਂਦੀਆਂ, ਕਿ ਜਿਹਦੇ ਵਿੱਚ ਜਿਹੜਾ ਉਹਦਾ ਲੀਡਰ ਦਾ ਆਪਣਾ ਜਿਹੜਾ ਪਰਸਪੈਕਟਿਵ ਹੈ, ਜਾਂ ਆਪਣਾ ਜਿਹੜਾ ਉਹਦਾ ਵਿਚਾਰਧਾਰਾ ਹੈ, ਜਾਂ ਉਹ ਆਪਣੀ ਉਹਦੀ ਜਿਹੜੀ ਵਿਜ਼ਨ ਹੈ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਉਹਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਹੈ। ਤਾਂ ਫੈਸਲੇ ਜਿਹੜੇ ਆ ਉਹਨਾਂ ਸੀਮਿਤ ਸਾਧਨਾਂ ਦੇ ਵਿੱਚ ਉਹ ਫੈਸਲੇ ਉਹਨਾਂ ਤੋਂ ਲਏ ਜਾਂਦੇ ਨੇ। ਇਸ ਤਰ੍ਹਾਂ ਹੀ ਚਾਹੇ ਉਹ ਦੇਸ਼ ਦੀ ਰਾਜਨੀਤੀ ਹੈ, ਚਾਹੇ ਉਹ ਸਟੇਟ ਦੀ ਰਾਜਨੀਤੀ, ਉੱਥੇ ਵੀ ਉਹਨਾਂ ਅੱਗੇ ਸੀਮਤ ਹੀ ਹੁੰਦੇ ਕਿ ਸਾਡਾ ਲਾਸ ਕਿੱਥੇ ਹੈ, ਕਿਉਂਕਿ ਹਰ ਇੱਕ ਵਿਅਕਤੀ ਅਗਰ ਤਾਂ ਉਹ ਜਨਤਾ ਦਾ, ਲੋਕਾਂ ਦਾ ਦੇਖਦੇ ਆ ਕਿ ਉਹਨਾਂ ਦਾ ਫਾਇਦਾ ਹੈ, ਤਾਂ ਉਹ ਆਪਣੇ ਆਪ ਫੈਸਲੇ ਸਹੀ ਲਏ ਜਾ ਸਕਦੇ। ਜਦੋਂ ਉਹ ਦੇਖਦੇ ਆ ਕਿ ਸਾਡੀ ਪਾਰਟੀ, ਮੇਰਾ ਇੰਡੀਵਿਜੂਅਲ ਫਾਇਦਾ ਕਿੱਥੇ ਆ, ਤਾਂ ਉੱਥੇ ਜਿਹੜੇ ਆ ਫੈਸਲਾਂ ਦੇ ਸੀਮਤ ਸਾਧਨ ਹੋ ਜਾਂਦੇ ਨੇ। ਤਾਂ ਇਹ ਇੱਕ ਅਲੱਗ ਜਿਹੜਾ ਸਟਰਕਚਰ ਹੈਗਾ ਸਟੇਟ ਦਾ, ਜਿਹੜੀ ਮਾਡਰਨ ਸਟੇਟ ਆਈ ਆ, ਅਸੀਂ ਉਸ ਚੀਜ਼ ਨੂੰ ਕਿ ਵੀ ਇਹ ਬਹੁਤ ਵਧੀਆ ਸਟਰਕਚਰ ਸਾਡੇ ਸਾਹਮਣੇ ਆਇਆ। ਹੋਰ ਵੀ ਉਹਦੇ ਬਹੁਤ ਸਾਰੇ ਰੂਪ ਹੋ ਸਕਦੇ ਆ, ਪਰ ਜਿਹੜੇ ਇਸ ਟਾਈਮ 'ਤੇ ਅਸੀਂ ਦੇਖਦੇ ਹਾਂ ਉਹਨਾਂ ਵਿੱਚ ਜਿਹੜੇ ਫੈਸਲਿਆਂ ਦੀ ਪਰੰਪਰਾ ਹੈ ਅੰਤਰਰਾਸ਼ਟਰੀ ਪੱਧਰ 'ਤੇ, ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੀਆਂ ਕੰਪਨੀਆਂ ਨੇ, ਖਾਸ ਕਰਕੇ ਕਾਰਪੋਰੇਟਸ ਹੈ, ਦੁਨੀਆ ਦੇ ਵਿੱਚ ਸਭ ਤੋਂ ਜਿਹੜੇ ਆਰਮਾਮੈਂਟ ਇੰਡਸਟਰੀ ਹੈ ਸਭ ਤੋਂ ਸਟਰੋਂਗ ਹੈ ਉਹਦੀ ਇਸ ਟਾਈਮ ਚੱਲ, ਉਹ ਅਮਰੀਕਾ ਦੀ ਆਰਮਾਮੈਂਟ ਇੰਡਸਟਰੀ ਹੈ। ਔਰ ਅਮਰੀਕਾ ਦੀ ਜਿਹੜੀ ਆਰਮਾਮੈਂਟ ਇੰਡਸਟਰੀ ਹੈ ਉਹ ਅਮਰੀਕਾ ਦੀ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਹਾਵੀ ਹੈ। ਅਮਰੀਕਾ ਦੇ ਵਿੱਚ ਹੀ ਉਹ ਆਪਣੇ ਜਿਹੜੇ ਟੀਨੇਜ ਬੱਚੇ ਹੈ, 17 ਸਾਲ 16 ਸਾਲ ਦੇ ਬੱਚਿਆਂ ਨੂੰ ਉਹ ਹਥਿਆਰ ਵੇਚਣ ਤੋਂ ਸਰਕਾਰ ਉਹਨਾਂ ਨੂੰ ਰੋਕ ਨਹੀਂ ਸਕਦੀ ਗੀ। ਮਾਰਕੀਟ ਦੇ ਵਿੱਚ ਹਥਿਆਰ ਅਵੇਲੇਬਲ ਨੇ, ਉਹ ਖਰੀਦ ਸਕਦੇ ਆ। ਉਹ ਇੰਨੀ ਮਾਫੀਆ ਇੰਨਾ ਸਟਰੋਂਗ ਹੈ ਵੀ ਸਰਕਾਰ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ। ਕੁਛ ਕੁ ਅਸੀਂ ਜਿਵੇਂ ਡਾਕੂਮੈਂਟਰੀਜ਼ ਇੰਟਰਨੈਸ਼ਨਲ ਕਾਨਫਰੰਸਿਸ ਦੇ ਵਿੱਚ ਦੇਖੀਆਂ। ਨਿਊਯਾਰਕ ਟਾਈਮਸ ਦੇ ਜਿਹੜੇ ਐਡੀਟਰਸ ਨੇ ਇੱਕ ਡਾਕੂਮੈਂਟਰੀ ਬਣਾਈ ਹੋਈ ਸੀ, ਔਰ ਜਿਹਦੇ ਵਿੱਚ ਇੱਕ ਜਿਹੜਾ ਆਰਮ ਸੈਲਿੰਗ ਏਜੰਟ ਹੈ ਉਹਦੇ ਉੱਤੇ ਓਰੀਜਨਲ ਡਾਕੂਮੈਂਟਰੀ ਵੀ ਉਹਦੇ ਵਿਚਾਰ ਦਿੱਤੇ ਵੀ ਤੁਸੀਂ ਜਦੋਂ ਆਰਮਾਮੈਂਟਸ ਵੇਚਦੇ ਹੋ ਕਿਸ ਤਰ੍ਹਾਂ ਤੂੰ ਇਹਨੂੰ ਕਹਿੰਦਾ ਕਿ ਇਹ ਇੱਕ ਫੈਂਟੈਸੀ ਹੈ। ਮੇਰੇ ਤਾਂ ਆਪਣਾ ਇੱਕ ਇੰਟਰਸਟ ਹੈਗਾ ਕਿ ਮੇਰੇ ਲਈ ਇੱਕ ਗਲੈਮਰ ਹੈ ਕਿ ਆਰਮਾਮੈਂਟਸ ਨਵੇਂ ਲੈਣੇ, ਹਥਿਆਰ ਲੈਣੇ, ਔਰ ਉਹ ਕਿਸ ਤਰ੍ਹਾਂ ਚੱਲਦੇ ਆ, ਕਿੰਨੀ ਮਾਰ ਕਰਦੇ ਆ, ਕਿੰਨਾ ਡਿਸਟਰਕਸ਼ਨ। ਮੇਰੇ ਲਈ ਤਾਂ ਇੱਕ ਇਹ ਹੈ, ਮੈਂ ਇਸ ਕਰਕੇ ਉਹਦੇ ਵਿੱਚ ਕਰ ਰਿਹਾ ਸੀ। ਉਹਦੇ ਵਿੱਚ ਉਹਦੀ ਫੈਮਿਲੀ ਲਾਈਫ, ਉਹਦੀ ਵਾਈਫ ਜਿਹੜੀ ਸੀ ਉਹ ਅਲੱਗ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਇਹ ਇਸ ਤਰ੍ਹਾਂ ਦੇ ਕੰਮ ਕਰ ਰਹੇ। ਲੇਕਿਨ ਉਹਨੇ ਇਹ ਦੱਸਿਆ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਤੋਂ ਲੈ ਕੇ ਮੈਂ ਸਾਰਿਆਂ ਨਾਲ ਡੀਲ ਕੀਤਾ, ਮੈਂ ਸਾਰਿਆਂ ਨੂੰ ਕਰਪਟ ਕੀਤਾ, ਮੈਂ ਸਾਰਿਆਂ ਨੂੰ ਪੈਸੇ ਦਿੱਤੇ ਆ, ਸਪਲਾਈ ਕੀਤੇ ਆ, ਔਰ ਮੈਂ ਅੰਤਰਰਾਸ਼ਟਰੀ ਅਰਬ ਦੇਸ਼ਾਂ ਦੇ ਵਿੱਚ ਫਲਾਣੇ ਬੰਦੇ ਮਰਵਾਏ ਨੇ, ਫਲਾਨੀਆਂ ਯੁੱਧ ਕਰਵਾਏ ਨੇ ਅਸੀਂ, ਉਹ ਅਮਰੀਕਾ ਦੀ ਸਰਕਾਰ ਦੀ ਸਹਿਮਤੀ ਦੇ ਨਾਲ। ਮਤਲਬ ਇਹ ਅੰਦਰ ਖਾਤੇ ਦਾ ਜਿਹੜਾ ਕਾਰਪੋਰੇਟਸ ਦਾ ਚੱਲ ਰਿਹਾ ਹੈ, ਚਾਹੇ ਉਸ ਤੋਂ ਬਾਅਦ ਇਹ ਫਾਰਮੇਸੀ ਆ ਜਾਂਦੀ, ਕੁਝ ਵੀ ਆ ਜਾਂਦੀ ਆ। ਸੋ ਇਹ ਇਸ ਤਰ੍ਹਾਂ ਦਾ ਜਿਹੜੇ ਸਰਕਾਰਾਂ ਨੇ, ਉਹ ਸਰਕਾਰਾਂ ਲੋਕਾਂ ਲਈ ਨਹੀਂ ਆ, ਉਹ ਕੰਪਨੀਆਂ ਦੇ ਦੁਆਰਾ ਉਹ ਜਿਹੜਾ ਵਰਤਾਰਾ ਵੱਧ ਰਿਹਾ, ਭਾਰਤ 'ਚ ਵੀ ਬਹੁਤ ਜ਼ਿਆਦਾ ਵੱਧ ਚੁੱਕਿਆ। ਕੰਪਨੀਆਂ ਚਲਾ ਰਹੀਆਂ ਨੇ, ਕਿਸ ਤਰ੍ਹਾਂ ਚਲਾ ਰਹੀਆਂ ਨੇ। ਸੋ ਮੇਰਾ ਸਿਰਫ ਇੰਨਾ ਕਿ ਸੀ ਕਿ ਮੈਂ ਇਸ ਪਰਸਪੈਕਟਿਵ ਤੋਂ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਫੈਸਲਿਆਂ ਬਾਰੇ ਜਾਣਕਾਰੀ ਦੇਵਾਂ। ਧੰਨਵਾਦ।